ਰੋਜ਼ਾਨਾ ਲੋਕ ਨਾਥ ਟੀਵੀ ਦਾ ਵਿਸ਼ੇਸ਼ ਪ੍ਰੋਗਰਾਮ ਪ੍ਰਾਈਮ ਮੁੱਦਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਸਭ ਤੋਂ ਪਹਿਲਾਂ ਜਿਹੜੀ ਗੱਲਬਾਤ ਕਰਾਂਗੇ ਕਿ ਕੁੰਵਰ ਵਿਜੇ ਪ੍ਰਤਾਪ ਨੂੰ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਅੱਜ ਨੱਪ ਲਿਆ ਲੱਗਦਾ ਹੈ। ਆਮ ਆਦਮੀ ਪਾਰਟੀ ਨੇ ਕੁੰਵਰ ਵਿਜੇ ਪ੍ਰਤਾਪ ਨੂੰ ਨੱਪ ਲਿਆ ਲੱਗਦਾ ਕਿ ਕੁੰਵਰ ਵਿਜੇ ਪ੍ਰਤਾਪ ਜਿਹੜੇ ਆ ਪੰਜਾਬ ਦੇ ਦੂਜੇ ਨਵਜੋਤ ਸਿੰਘ ਸਿੱਧੂ ਬਣ ਜਾ ਰਹੇ ਨੇ। ਜਿਸ ਤਰੀਕੇ ਦੇ ਨਾਲ ਸਾਰੀਆਂ ਰਾਜਸੀ ਪਾਰਟੀਆਂ ਤੇ ਕੁਝ ਸਾਜ਼ਿਸ਼ਾਂ ਦੇ ਕਰਕੇ ਜਿਹੜੇ ਨਵਜੋਤ ਸਿੰਘ ਸਿੱਧੂ ਪੰਜਾਬ ਦੀ ਸਿਆਸਤ ਤੇ ਜ਼ਰੂਰ ਹਾਸ਼ੀਏ ਤੇ ਚਲੇ ਗਏ, ਉਸੇ ਤਰੀਕੇ ਦੇ ਨਾਲ ਪੰਜਾਬ ਦੀ ਸਿਆਸਤ ਦੇ ਉੱਪਰੋਂ ਕੀ ਕੁੰਵਰ ਵਿਜੇ ਪ੍ਰਤਾਪ ਨੂੰ ਵੀ ਹਾਸ਼ੀਏ ਤੇ ਧੱਕਣ ਦੀ ਜਿਹੜੀ ਸਾਜ਼ਿਸ਼ ਉਹ ਪੂਰੀ ਹੋ ਚੁੱਕੀ ਹੈ। ਕਿਉਂ ਅਸੀਂ ਇਹ ਗੱਲ ਕਹਿ ਰਹੇ ਹਾਂ, ਕੁੰਵਰ ਵਿਜੇ ਪ੍ਰਤਾਪ ਨੂੰ ਕਿਉਂ ਨੱਪ ਲਿਆ, ਕਿਉਂ ਦੱਬ ਲਿਆ, ਅਸੀਂ ਕਹਿ ਰਹੇ ਹਾਂ ਅੱਜ ਇਹ ਗੱਲ ਸਾਬਤ ਹੁੰਦੀ ਦਿਖਾਈ ਦੇ ਰਹੀ ਹੈ। ਗੱਲ ਹੋਈ ਕੀ ਆਖਰ, ਕਹਾਣੀ ਕੀ ਹੈ, ਉਸ ਤੇ ਗੱਲਬਾਤ ਕਰਾਂਗੇ। ਤਾਂ ਉਧਰ ਭਗਵੰਤ ਮਾਨ ਨੇ ਵੀ ਸਿੱਧੀ ਨਸੀਹਤ ਦਿੱਤੀ ਹੈ। ਕਿਹਨੂੰ ਸਿੱਧੀ ਨਸੀਹਤ ਦਿੱਤੀ ਹੈ ਤੇ ਕੀ ਨਸੀਹਤ ਦਿੱਤੀ ਹੈ, ਉਸ ਤੇ ਵੀ ਗੱਲਬਾਤ ਕਰਾਂਗੇ। ਗੱਲਬਾਤ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਾਂਗੇ। ਅਣਖੀ ਸਾਹਿਬ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਅਣਖੀ ਸਾਹਿਬ, ਪ੍ਰੋਗਰਾਮ ਦੀ ਸ਼ੁਰੂਆਤ ਜਿਹੜੀ ਹੈ ਆਪਣੇ ਦਰਸ਼ਕਾਂ ਨੂੰ ਜਿਸ ਤਰੀਕੇ ਦੀ ਨਾਲ ਭੂਮਿਕਾ ਦੱਸੀ ਹੈ ਕਿ ਕੁੰਵਰ ਵਿਜੇ ਪ੍ਰਤਾਪ ਜਿਹੜੇ ਆ ਉਹ ਆਮ ਆਦਮੀ ਪਾਰਟੀ ਦੇ ਵੱਲੋਂ ਨੱਪਲੇ ਲੱਗ ਰਹੇ ਆ, ਦੱਬਲੇ ਲੱਗ ਰਹੇ ਆ, ਉਹ ਅਸੀਂ ਕਿਉਂ ਕਹਿ ਰਹੇ ਹਾਂ ਉਹ ਥੋੜਾ ਜਿਹਾ ਮੈਂ ਦਰਸ਼ਕਾਂ ਨੂੰ ਦੱਸ ਦੇਵਾਂ ਕਿ ਕੁਝ ਦਿਨ ਪਹਿਲਾਂ ਅਸੀਂ ਤੁਹਾਡੇ ਅੱਗੇ ਪ੍ਰੋਗਰਾਮ ਕਰਦੇ ਸੀ ਕਿ ਕੁੰਵਰ ਵਿਜੇ ਪ੍ਰਤਾਪ ਜਿਹੜੇ ਆ ਉਹ ਆਵਾਜ਼ ਚੁੱਕਣਗੇ ਤੇ ਉਵੇਂ ਉਹਨਾਂ ਨੇ ਆਵਾਜ਼ ਚੁੱਕੀ। ਇੱਕ ਜਿਹੜੀ ਪਹਿਲਾਂ ਪੋਸਟ ਪਾਈ, ਪੋਸਟ ਦੇ ਵਿੱਚ ਬਹੁਤ ਸਾਰੇ ਸਵਾਲ ਖੜੇ ਕੀਤੇ ਬੇਅਦਬੀ ਮਾਮਲਿਆਂ ਨੂੰ ਲੈ ਕੇ, ਅਫਸਰਾਂ ਦੀਆਂ ਪੋਸਟਿੰਗਾਂ ਨੂੰ ਲੈ ਕੇ। ਪਹਿਲਾਂ ਤਾਂ ਉਹ ਪੋਸਟ ਜਿਹੜੀ ਹੈ ਡਿਲੀਟ ਕਰਵਾਈ ਗਈ, ਉਸ ਪੋਸਟ ਦੇ ਵਿੱਚੋਂ ਰੀਐਡਿਟ ਕਰਵਾਇਆ ਗਿਆ ਉਹ ਹਿੱਸਾ ਜਿਹੜਾ ਅਫਸਰਾਂ ਦੀ ਪੋਸਟਿੰਗ ਵਾਲਾ, ਜਿਹਦੇ ਵਿੱਚ ਉਹਨਾਂ ਨੇ ਬੇਅਦਬੀ ਦੇ ਮਾਮਲੇ ਤੇ ਵੀ ਸਵਾਲ ਜਿਹੜੇ ਚੁੱਕੇ ਸੀ, ਉਹ ਡਿਲੀਟ ਕਰਵਾਏ ਗਏ। ਉਸ ਤੋਂ ਬਾਅਦ ਫਿਰ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਵੀ ਸ਼ਾਇਦ ਉਹਨਾਂ ਨੇ ਇੱਕ ਚਿੱਠੀ ਲੈ ਕੇ ਪਹੁੰਚ ਜਿਹੜੀ ਕੀਤੀ ਜਾਂ ਆਪਣੇ ਜਿਹੜੇ ਪਾਰਟੀ ਦੇ ਲੀਡਰਾਂ ਤੱਕ ਵੀ ਪਹੁੰਚ ਕੀਤੀ, ਉਹਦਾ ਵੀ ਕੁਝ ਨਹੀਂ ਜ਼ਿਆਦਾ ਜਿਹੜਾ ਬਣਿਆ। ਉਦੋਂ ਬਾਅਦ 'ਚ ਆਪਾਂ ਗੱਲ ਕੀਤੀ ਕਿ ਸੰਗਰੂਰ ਦੀਆਂ ਜਿਮਨੀ ਚੋਣਾਂ ਦੇ ਵਿੱਚ ਵੀ ਕੁੰਵਰ ਵਿਜੇ ਪ੍ਰਤਾਪ ਨੇ ਲੋਕਾਂ ਦੇ ਅੰਦਰ ਜਾ ਕੇ ਵੱਡੇ ਪੱਧਰ ਤੇ ਆਵਾਜ਼ ਬੇਅਦਬੀ ਅਤੇ ਗੋਲੀकांड ਦੇ ਮਾਮਲਿਆਂ ਨੂੰ ਲੈ ਕੇ ਚੁੱਕੀ ਸੀ। ਤਾਂ ਉਦੋਂ ਵੀ ਕੁਝ ਨਹੀਂ ਹੋਇਆ ਤੇ ਇਹ ਗੱਲ ਸੋਚੀ ਜਾ ਰਹੀ ਸੀ, ਇਹ ਗੱਲ ਦੇਖੀ ਜਾ ਰਹੀ ਸੀ ਕਿ ਸ਼ਾਇਦ ਕੁੰਵਰ ਵਿਜੇ ਪ੍ਰਤਾਪ ਜਿਹੜੇ ਆ ਜਿਸ ਮਾਮਲਿਆਂ ਤੇ ਜਿਨ੍ਹਾਂ ਮਾਮਲਿਆਂ ਦੇ ਕਰਕੇ ਆਪਣੀ ਐਡੀ ਵੱਡੀ ਪੋਸਟ ਛੱਡ ਕੇ ਆਏ, ਫਿਰ ਐਮਐਲਏ ਉਹਨਾਂ ਮਾਮਲਿਆਂ ਦੇ ਕਰਕੇ ਹੀ ਜਿਹੜੇ ਆ ਬਣੇ, ਫਿਰ ਉਸ ਤੋਂ ਬਾਅਦ ਲਗਾਤਾਰ ਉਹਨਾਂ ਨੇ ਵਿਧਾਨ ਸਭਾ ਤੋਂ ਬਾਹਰ ਵੀ ਜਿਹੜੀ ਆਵਾਜ਼ ਚੱਕੀ। ਤਾਂ ਸੋਚਿਆ ਸਮਝਿਆ ਜਾ ਰਿਹਾ ਸੀਗਾ ਕਿ ਕੁੰਵਰ ਵਿਜੇ ਪ੍ਰਤਾਪ ਵਿਧਾਨ ਸਭਾ ਦੇ ਅੰਦਰ ਵੀ ਆਵਾਜ਼ ਚੱਕਣਗੇ। ਹਾਲਾਂਕਿ ਵਿਧਾਨ ਸਭਾ ਦੇ ਅੰਦਰ ਉਹਨਾਂ ਨੇ ਕੁਝ ਅਹਿਮ ਮੁੱਦਿਆਂ ਤੇ ਜਿਹੜੇ ਆਵਾਜ਼ ਚੁੱਕੀ ਹੈ, ਜਿਹੜੀ ਕਾਬਲੀ ਤਾਰੀਫ ਹੈ। ਕੁੰਵਰ ਵਿਜੇ ਪ੍ਰਤਾਪ ਨੇ ਬਹੁਤ ਸੋਹਣੇ ਮੁੱਦੇ ਜਿਹੜੇ ਚੁੱਕੇ ਆ, ਕਾਫੀ ਅਹਿਮ ਮੁੱਦੇ ਘਪਲਿਆਂ ਵਾਲੇ ਜਿਹੜੇ ਚੁੱਕੇ ਆ। ਪਰ ਜਿਹੜੀ ਸਭ ਤੋਂ ਵੱਡੀ ਉਮੀਦ ਸੀ ਕਿ ਬੇਅਦਬੀ ਅਤੇ ਗੋਲੀकांड ਦੇ ਮਾਮਲੇ ਤੇ ਕੁੰਵਰ ਵਿਜੇ ਪ੍ਰਤਾਪ ਜਿਹੜੇ ਆ ਉਹ ਬੋਲਣਗੇ ਵਿਧਾਨ ਸਭਾ ਦੇ ਅੰਦਰ। ਆਪਾਂ ਉਦੋਂ ਵੀ ਇਹ ਗੱਲ ਕੀਤੀ ਸੀ ਕਿ ਸ਼ਾਇਦ ਕੁੰਵਰ ਵਿਜੇ ਪ੍ਰਤਾਪ ਨੂੰ ਰਾਤੋਂ ਰਾਤ ਦੱਬ ਲਿਆ ਜਾਊਗਾ। ਤਾਂ ਕੀ ਲੱਗਦਾ ਕਿ ਅੱਜ 5ਵਾਂ ਦਿਨ ਸੀ, ਕੁੰਵਰ ਵਿਜੇ ਪ੍ਰਤਾਪ ਅੱਜ ਵੀ ਬੋਲੇ, ਪਰ ਕੁੰਵਰ ਵਿਜੇ ਪ੍ਰਤਾਪ ਦੀ ਜ਼ੁਬਾਨ ਦੇ ਉੱਪਰ ਗੋਲੀकांड ਅਤੇ ਬੇਅਦਬੀਆਂ ਦਾ ਇੱਕ ਵੀ ਸ਼ਬਦ ਜਿਹੜਾ ਉਹ ਵਿਧਾਨ ਸਭਾ ਦੇ ਅੰਦਰ ਨਹੀਂ ਆਇਆ। ਅਣਖੀ ਸਾਹਿਬ, ਇਸ ਤੋਂ ਕੀ ਵਾਕਈ ਹੀ ਲੱਗਦਾ ਹੈ ਜਿਹੜੀ ਆਪਾਂ ਉਸ ਦਿਨ ਗੱਲ ਕੀਤੀ ਸੀ ਕਿ ਰਾਤੋਂ ਰਾਤ ਹੋ ਸਕਦਾ ਹੈ ਕਿ ਕੁੰਵਰ ਵਿਜੇ ਪ੍ਰਤਾਪ ਨੂੰ ਭਰੋਸੇ 'ਚ ਲੈ ਕੇ ਜਾਂ ਫਿਰ ਉਹਨਾਂ ਨੂੰ ਇਹ ਗੱਲਾਂ ਕਹਿ ਕੇ ਕਿ ਭਾਈ ਆਪਾਂ ਇਸ ਤੇ ਕਰ ਰਹੇ ਹਾਂ ਗੱਲ, ਤੁਹਾਨੂੰ ਆਹ ਦੱਸ ਦਿੱਤਾ, ਤੁਹਾਨੂੰ ਆਹ ਦੱਸ ਦਿੱਤਾ, ਜਲਦ ਤੋਂ ਜਲਦ ਆਪਾਂ ਇਸ ਤਰੀਕੇ ਦੇ ਨਾਲ ਇਸ ਮਾਮਲਿਆਂ ਦੇ ਹੱਲ ਜਿਹੜੇ ਕਰ ਸਕਦੇ ਹਾਂ, ਕਿ ਇਸ ਤਰੀਕੇ ਨਾਲ ਕੁੰਵਰ ਵਿਜੇ ਪ੍ਰਤਾਪ ਨੂੰ ਜਿਹੜਾ ਭਰੋਸੇ 'ਚ ਲਿਆ ਗਿਆ ਜਾਂ ਫਿਰ ਉਹਨਾਂ ਨੂੰ ਦੱਬ ਲਿਆ ਗਿਆ? ਕਿਵੇਂ ਦੇਖਦੇ ਹੋ ਇਸ ਪੂਰੀ ਚੀਜ਼ ਨੂੰ? ਕਿ ਨਵਜੋਤ ਸਿੰਘ ਸਿੱਧੂ ਜਿਹੜੇ ਦੂਜੇ ਬਣ ਜਾ ਰਹੇ ਨੇ ਕੁੰਵਰ ਵਿਜੇ ਪ੍ਰਤਾਪ, ਹਾਲਾਂਕਿ ਨਵਜੋਤ ਸਿੰਘ ਸਿੱਧੂ ਦੱਬੇ ਨਹੀਂ, ਨਵਜੋਤ ਸਿੰਘ ਸਿੱਧੂ ਲਗਾਤਾਰ ਝੋਲੀਆਂ ਅੱਡ ਕੇ ਵਿਧਾਨ ਸਭਾ ਦੇ ਵਿੱਚ ਵੀ ਆਪਣੀ ਸਰਕਾਰ ਦੇ ਖਿਲਾਫ ਆਵਾਜ਼ ਚੁੱਕਦੇ ਰਹੇ, ਪਰ ਇਹਨਾਂ ਦੀ ਆਵਾਜ਼ ਜਿਹੜੀ ਹੈ ਇਹਨਾਂ ਮਾਮਲਿਆਂ ਦੇ ਉੱਪਰ ਦੱਬੀ ਜੀ ਦਿਖਾਈ ਦੇ ਰਹੀ ਹੈ। ਆਖਰ ਪੂਰਾ ਮਾਮਲਾ ਕੀ ਹੈ, ਪੂਰੀ ਕਹਾਣੀ ਕੀ ਹੈ? ਸੁਖਵਿੰਦਰ ਜੀ, ਮੈਨੂੰ ਇਸ ਤਰ੍ਹਾਂ ਲੱਗਦਾ ਕਿ ਜਿਹੜਾ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਦਾ ਇਸ ਮੁੱਦੇ ਤੇ ਚੁੱਪ ਰਹਿ ਜਾਣਾ, ਸ਼ਾਇਦ ਮੰਤਰੀ ਮੰਡਲ ਦਾ ਜਿਹੜਾ ਵਾਧਾ ਹੋਣਾ ਉਸ ਸੰਬੰਧ ਦੇ ਵਿੱਚ ਸ਼ਾਇਦ ਇਹ ਆਵਾਜ਼ ਜਿਹੜੀ ਨੱਪ ਲਈ ਗਈ ਆ ਜਾਂ ਦੱਬ ਦਿੱਤੀ ਗਈ ਆ। ਕਿਉਂਕਿ ਇਹ ਜੇ ਮੰਤਰੀ ਮੰਡਲ ਦੇ ਵਿੱਚ ਵਾਧਾ ਹੋਣਾ ਤਾਂ ਉਸ ਵਾਧੇ ਦੇ ਅੰਤਰਗਤ ਕਈਆਂ ਵਿਧਾਇਕਾਂ ਦਾ ਨੰਬਰ ਲੱਗ ਸਕਦਾ ਬਤੌਰ ਮੰਤਰੀ। ਮੈਨੂੰ ਜੋ ਮਹਿਸੂਸ ਹੋ ਰਿਹਾ ਕਿ ਸ਼ਾਇਦ ਇਸ ਮੁੱਦੇ ਦੇ ਕਾਰਨ ਹੀ ਕੁੰਵਰ ਵਿਜੇ ਪ੍ਰਤਾਪ ਸਿੰਘ ਵਰਗੇ ਬੰਦਾ ਜਿਹੜਾ ਅਫਸਰ ਜਿਹੜਾ ਡਿਊਟੀ ਆਈਪੀਐਸ ਦੀ ਜੌਬ ਛੱਡ ਕੇ ਇਸ ਪਾਸੇ ਆਇਆ,
ਸ਼ਾਇਦ ਕਿਤੇ ਨਾ ਕਿਤੇ ਮਨੁੱਖੀ ਮਨ ਉਸ ਪਾਸੇ ਉਲਝ ਜਾਂਦਾ। ਪਰ ਉਲਝ ਜਾਂਦਾ, ਜਾਂ ਅਸੀਂ ਕਹਿ ਸਕਦੇ ਕਿ ਉਲਝਾ ਦਿੱਤਾ ਜਾਂਦਾ ਕਿ ਬੰਦਾ ਚੁੱਪ ਕਰ ਜਾਂਦਾ। ਹਰ ਬੰਦੇ ਦੀਆਂ ਨਿੱਕੀਆਂ ਨਿੱਕੀਆਂ ਲੋੜਾਂ ਹੁੰਦੀਆਂ ਨੇ। ਪਰ ਅਸੀਂ ਇਸ ਗੱਲ ਨੂੰ ਇਹ ਨਹੀਂ ਕਹਿ ਸਕਦੇ ਕਿ ਕੇਵਲ ਵਿਜੇ ਪ੍ਰਤਾਪ ਸਿੰਘ ਹੋਣੀ ਇਸ ਮੁੱਦੇ ਤੇ ਚੁੱਪ ਕਰ ਜਾਣਗੇ। ਮੰਨ ਲਓ ਇਸ ਵਿਧਾਨ ਸਭਾ ਸੈਸ਼ਨ ਦਾ ਕੱਲ ਆਖਰੀ ਦਿਨ ਆ, ਕੱਲ ਉਹ ਨਹੀਂ ਬੋਲਦੇ, ਇੱਕ ਉਹਨਾਂ ਨੂੰ ਆਸਰਾ ਜਾਂ ਇੱਕ ਲਾਲਚ ਦਿੱਤਾ ਸਾਡੇ ਵੱਲੋਂ ਅਣਕੀ ਸਾਹਿਬ ਬਹੁਤ ਸਾਰੇ ਲੋਕ ਸੋਚ ਰਹੇ ਹੋਣਗੇ ਕਿ ਹਾਲੇ ਇੱਕ ਦਿਨ ਬਾਕੀ ਹੈ, ਸ਼ਾਇਦ ਬੋਲ ਦੇਣਗੇ। ਅਸੀਂ ਵੀ ਅੱਜ ਇਸੇ ਤਰੀਕੇ ਇਸੇ ਕਰਕੇ ਹੀ ਜਿਹੜੀ ਆਵਾਜ਼ ਚੁੱਕੀ ਹੈ ਕਿ 5 ਦਿਨ ਅਸੀਂ ਵੇਟ ਕੀਤੀ ਕਿ ਸ਼ਾਇਦ ਕੁੰਵਰ ਵਿਜੇ ਪ੍ਰਤਾਪ ਅੰਦਰ ਜਿਹੜਾ ਇਹ ਸਵਾਲ ਚੁੱਕਣਗੇ, ਪਰ ਜਦੋਂ ਰਹਿ ਆਖਰੀ ਦਿਨ ਗਿਆ ਤਾਂ ਸਾਡੇ ਵੱਲੋਂ ਇਹ ਆਵਾਜ਼ ਅਸੀਂ ਵੀ ਚੁੱਕਣੀ ਜਿਹੜੀ ਜ਼ਰੂਰੀ ਸਮਝੀ ਕਿ ਆਖਰ ਕੁੰਵਰ ਵਿਜੇ ਪ੍ਰਤਾਪ ਚੁੱਪ ਕਿਉਂ ਨੇ, ਤੇ ਜੇ ਸਾਡੀ ਆਵਾਜ਼ ਉਹਨਾਂ ਤੱਕ ਜੇ ਪਹੁੰਚਦੀ ਹੈ ਤਾਂ ਸ਼ਾਇਦ ਕੁੰਵਰ ਵਿਜੇ ਪ੍ਰਤਾਪ ਕੱਲ ਨੂੰ ਇਹ ਮੁੱਦਾ ਜਿਹੜਾ ਵਿਧਾਨ ਸਭਾ ਦੇ ਵਿੱਚ ਚੱਕ ਵੀ ਲੈਣ। ਜੀ ਬਿਲਕੁਲ, ਮੈਂ ਗੱਲ ਉਹ ਕਰ ਰਿਹਾ ਸਾਂ ਕਿ ਹਰ ਬੰਦੇ ਦੀਆਂ ਨਿੱਕੀਆਂ ਨਿੱਕੀਆਂ ਖਾਹਿਸ਼ਾਂ, ਬੰਦੇ ਦੀਆਂ ਨਿੱਕੀਆਂ ਨਿੱਕੀਆਂ ਲੋੜਾਂ ਹਰ ਬੰਦੇ ਦੀਆਂ ਹੁੰਦੀਆਂ ਨੇ। ਇੱਕ ਕਾਰਨ ਇਹ ਹੋ ਸਕਦਾ, ਦੂਜਾ ਜਿਹੜਾ ਕਾਰਨ ਇਹ ਹੋ ਸਕਦਾ ਕਿ ਸ਼ਾਇਦ ਉਹਨਾਂ ਨੂੰ ਇਹ ਭਰੋਸਾ ਦੇ ਦਿੱਤਾ ਹੋਵੇ ਕਿ ਹਾਂ ਵੀ ਅਗਲੇ ਦਿਨਾਂ ਦੇ ਵਿੱਚ ਇਹ ਕਾਰਵਾਈ ਜਿਹੜੀ ਕੀਤੀ ਜਾਵੇ। ਅਸੀਂ ਆਸ ਵੀ ਕਰਦੇ ਹਾਂ, ਅਸੀਂ ਵਿਸ਼ਵਾਸ ਵੀ ਰੱਖਦੇ ਹਾਂ ਕੁੰਵਰ ਵਿਜੇ ਪ੍ਰਤਾਪ ਦੇ ਉੱਪਰ, ਔਰ ਆਸ ਵੀ ਕਰਦੇ ਹਾਂ, ਔਰ ਅਸੀਂ ਅਰਦਾਸ ਵੀ ਕਰਦੇ ਹਾਂ ਕਿ ਦੂਜਾ ਕਾਰਨ ਹੋਵੇ, ਲਾਲਚ ਵਾਲਾ ਕਾਰਨ ਕਿਰਪਾ ਕਰਕੇ ਨਾ ਹੋਵੇ, ਦੂਜਾ ਕਾਰਨ ਹੋਵੇ। ਆਸ ਕਰਦੇ ਹਾਂ, ਵਿਸ਼ਵਾਸ ਕਰਦੇ ਹਾਂ ਔਰ ਅਰਦਾਸ ਕਰਦੇ ਹਾਂ ਕਿ ਕਾਰਨ ਜਿਹੜਾ ਹੈ ਉਹ ਦੂਜਾ ਹੋਵੇ, ਘੱਟੋ ਘੱਟ ਜੇ ਕਾਰਨ ਹੈ ਤਾਂ ਪਹਿਲਾਂ ਨਾ ਹੋਵੇ। ਬਿਲਕੁਲ, ਮੈਂ ਤੁਹਾਡੀ ਇਸ ਗੱਲ ਨਾਲ ਵੀ ਸਹਿਮਤ ਹਾਂ, ਕਿਉਂਕਿ ਤੁਸੀਂ ਇਹ ਬੜਾ ਵਧੀਆ ਇੱਕ ਅਚਾਨਕ ਜਿਸ ਤਰੀਕੇ ਨਾਲ ਅਰਦਾਸ ਕੀਤੀ ਔਰ ਇਹ ਗੱਲ ਨਾਲ ਆ ਗਈ। ਦੂਜੀ ਧਿਰ ਵਾਲਾ ਜਿਹੜਾ ਪੁਆਇੰਟ ਆ ਇਹ ਹੋ ਸਕਦਾ ਕਿ ਹਾਂ ਵੀ ਦੂਜੀ ਸੱਤਾ ਧਿਰ ਨੇ ਇਹ ਭਰੋਸਾ ਦਿੱਤਾ ਹੋਵੇ ਕਿ ਕੋਈ ਗੱਲ ਨਹੀਂ, ਅੱਜ ਸੈਸ਼ਨ ਲੰਘ ਲੈ, ਤੂੰ ਸਾਡਾ ਅਗਲਾ ਟਾਰਗੇਟ ਉਧਰ ਹੀ ਆ। ਪਰ ਸੁਖਿੰਦਰ ਜੀ, ਅੱਜ ਜਿਸ ਤਰੀਕੇ ਨਾਲ ਕੁੰਵਰ ਵਿਜੇ ਪ੍ਰਤਾਪ ਨੇ 2 ਮਹੱਤਵਪੂਰਨ ਨੁਕਤੇ ਉਠਾਏ, ਤਾਂ ਜਿਹੜਾ ਇੱਕ ਪਹਿਲਾ ਨੁਕਤਾ ਸੀ ਉਹ ਸੀ ਖਰਾਬ ਪਾਣੀ ਦਾ, ਕਿ ਜਿਹਦੇ ਕਾਰਨ ਪੀ ਕੇ 2 ਮੌਤਾਂ ਜਿਹੜੀਆਂ ਉਸ ਇਲਾਕੇ 'ਚ ਹੋਈਆਂ ਨੇ। ਤੇ ਤੁਸੀਂ ਧਿਆਨ ਦੇ ਨਾਲ ਜਿਹੜਾ ਦੂਜਾ ਪੁਆਇੰਟ ਸੀ ਬੜਾ ਅਹਿਮ ਸੀ। ਇੱਕ ਤਰੀਕੇ ਦੇ ਨਾਲ ਉਹਨਾਂ ਨੇ ਉਹਨਾਂ ਅਫਸਰਾਂ ਦੇ ਉੱਤੇ ਹੀ ਤੰਜ ਕੱਸਿਆ, ਜਾਂ ਉਹਨਾਂ ਪੁਲਿਸ ਦੇ ਅਫਸਰਾਂ ਨੂੰ ਹੀ ਉਹਨਾਂ ਨੇ ਟਾਰਗੇਟ ਕੀਤਾ ਜਿਨ੍ਹਾਂ ਅਫਸਰਾਂ ਨੂੰ ਉਹਨਾਂ ਨੇ ਪਹਿਲਾਂ ਉਸ ਪੋਸਟ ਦੇ ਵਿੱਚ, ਜਿਸ ਪੋਸਟ ਦੀ ਤੁਸੀਂ ਗੱਲ ਕਰ ਰਹੇ ਜੇ, ਡਿਲੀਟ ਕੀਤਾ ਸੀ। ਉਹਨਾਂ ਨੇ ਲਾਰੈਂਸ ਬਿਸ਼ਨੋਈ ਦੀ ਜਿਹੜੀ ਗ੍ਰਿਫਤਾਰੀ ਆ ਉਸ ਨੂੰ VVIP ਜਿਸ ਤਰੀਕੇ ਨਾਲ ਪੇਸ਼ ਕੀਤਾ ਗਿਆ ਅੰਮ੍ਰਿਤਸਰ ਦੀ ਪੁਲਿਸ ਵੱਲੋਂ, ਉਸ ਗੱਲ ਨੂੰ ਲੈ ਕੇ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਰੌਲਾ ਪਾਇਆ ਤੇ ਇੰਨੀ ਗੱਲ ਕਹੀ ਹੈ ਕਿ ਇਹਦੇ ਨਾਲ ਸਮਾਜ ਨੂੰ ਇੱਕ ਗਲਤ ਦਿਸ਼ਾ ਜਾ ਰਹੀ ਆ। ਇਹਦੇ ਨਾਲ ਕੁੰਵਰ ਵਿਜੇ ਪ੍ਰਤਾਪ ਨੇ ਅੱਜ ਵਿਧਾਨ ਸਭਾ ਦੇ ਵਿੱਚ ਇੱਕ ਤੀਰ ਨਾਲ 2 ਨਿਸ਼ਾਨੇ ਫੁੰਡੇ ਆ। ਇੱਕ ਤਾਂ ਉਸਨੇ ਉਹਨਾਂ ਅਫਸਰਾਂ ਦੀ ਗੱਲ, ਜਿਨ੍ਹਾਂ ਅਫਸਰਾਂ ਦੇ ਨਾਮ ਉਹਨਾਂ ਦਿਨਾਂ ਦੇ ਵਿੱਚ ਉਹਨਾਂ ਲਏ ਸਨ, ਕਿ ਉਹ ਅਫਸਰ ਨੇ ਜਿਨ੍ਹਾਂ ਨੇ ਉਸ ਵਕਤ ਦੂਜੀ ਧਿਰ ਦੀ ਮਦਦ ਕੀਤੀ ਸੀ। ਤਾਂ ਉਹਦੇ ਵਿੱਚ ਤੁਹਾਨੂੰ ਯਾਦ ਹੋਊਗਾ ਇੱਕ ਅੰਮ੍ਰਿਤਸਰ ਦਾ ਪੁਲਿਸ ਕਮਿਸ਼ਨਰ ਉਹ ਅੱਜ ਵੀ ਹਨ, ਇੱਕ ਤਾਂ ਨਹੀਂ ਆ, ਪੁਲਿਸ ਕਮਿਸ਼ਨਰ ਉਹ ਅੱਜ ਵੀ ਹਨ। ਤਾਂ ਕੱਲ ਜੋ ਕੁਝ ਹੋਇਆ ਲਾਰੈਂਸ ਬਿਸ਼ਨੋਈ ਦੀ ਗ੍ਰਿਫਤਾਰੀ ਵੇਲੇ ਜਦੋਂ ਉਹਨੂੰ ਲਿਆਂਦਾ ਗਿਆ ਤੇ ਜਿਸ ਤਰੀਕੇ ਨਾਲ ਪੁਲਿਸ ਨੇ ਬਹਿਸ ਲਾਈ, ਇਹ ਖਬਰ ਜਿਹੜੀ ਅੱਜ ਪੰਜਾਬੀ ਦੀਆਂ ਕੁਝ ਅਖਬਾਰਾਂ 'ਚ ਵੀ ਲੱਗੀ, ਤਾਂ ਉਸ ਖਬਰ ਨੂੰ ਆਧਾਰ ਬਣਾ ਕੇ ਜਿਸ ਤਰੀਕੇ ਨਾਲ ਕੁੰਵਰ ਵਿਜੇ ਪ੍ਰਤਾਪ ਨੇ ਇਸ ਮੁੱਦੇ ਨੂੰ ਪੇਸ਼ ਕੀਤਾ, ਮੈਨੂੰ ਇਸ ਤਰ੍ਹਾਂ ਲੱਗਾ ਕਿ ਉਹਨਾਂ ਨੇ ਫਿਰ ਉਹਨਾਂ ਅਫਸਰਾਂ ਨੂੰ ਘੇਰੇ ਵਿੱਚ ਲੈ ਆਂਦਾ ਜਿਨ੍ਹਾਂ ਦੇ ਸੰਬੰਧ ਦੇ ਵਿੱਚ ਉਦੋਂ ਉਹਨਾਂ ਨੇ ਆਵਾਜ਼ ਜਿਹੜੀ ਉਠਾਈ ਸੀ। ਸੋ ਕਹਿਣ ਦਾ ਅਰਥ ਆ ਕਿ ਆਉਂਦਿਆਂ ਦਿਨਾਂ ਦੇ ਵਿੱਚ ਅਸੀਂ ਇਹ ਨਹੀਂ ਗੱਲ ਕਹਿ ਸਕਦੇ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਹੁਣੀ ਆਪਣੇ ਇਸ ਮੁੱਦੇ ਨੂੰ ਭੁੱਲ ਜਾਣਗੇ, ਉਭਾਰਨਗੇ ਜ਼ਰੂਰ। ਜਿਸ ਤਰੀਕੇ ਨਾਲ ਸਮੇਂ-ਸਮੇਂ ਤੇ ਆਪਾਂ ਤਾਂ ਆਪ ਹੀ ਪਿਛਲੇ ਦਿਨਾਂ ਦੇ ਵਿੱਚ ਆਪਾਂ ਆਪ ਵੀ ਇਹ ਗੱਲਾਂ ਕਹਿ ਕੇ ਹਟੇ ਕਿ ਕੁੰਵਰ ਵਿਜੇ ਪ੍ਰਤਾਪ ਜੇ ਪਹਿਲੀ ਤਾਂ ਗੱਲ ਹੈ ਇਹ ਮੁੱਦੇ ਛੱਡਣ ਵਾਲੇ ਨਹੀਂ, ਔਰ ਦੂਜੀ ਗੱਲ ਇਹ ਹੈ ਜੇ ਛੱਡਣ ਵਾਲੇ, ਜੇ ਉਹਨਾਂ ਨੂੰ ਦੱਬਣ ਦੀ ਵੀ ਕੋਸ਼ਿਸ਼ ਕੀਤੀ ਜਾਊਗੀ ਔਰ ਦੱਬਣ ਵਾਲੇ ਵੀ ਨਹੀਂ, ਉਹ ਗੱਲਾਂ ਅਸੀਂ ਜ਼ਰੂਰ ਕਹਿ ਰਹੇ ਹਾਂ। ਪਰ ਆਸ ਸੀ ਪੰਜਾਬ ਦੇ ਲੋਕਾਂ ਨੂੰ, ਆਪਣੇ ਵਾਂਗ ਬਹੁਤ ਸਾਰੇ ਲੋਕਾਂ ਨੂੰ ਆਸ ਸੀ ਕਿ ਕੁੰਵਰ ਵਿਜੇ ਪ੍ਰਤਾਪ ਸ਼ਾਇਦ ਵਿਧਾਨ ਸਭਾ ਦੇ ਅੰਦਰ, ਹਾਲਾਂਕਿ ਵਿਧਾਨ ਸਭਾ ਤੋਂ ਬਾਹਰ ਲਗਾਤਾਰ ਫੇਸਬੁੱਕ ਦੇ ਜ਼ਰੀਏ ਲੋਕਾਂ ਦੇ ਵਿੱਚ ਜਿਮਨੀ ਚੋਣ, ਸੰਗਰੂਰ ਜਿਮਨੀ ਚੋਣ ਦੇ ਅੰਦਰ ਫਿਰ ਚਿੱਠੀ ਲਿਖ ਕੇ ਆਵਾਜ਼ ਚੱਕ ਰਹੇ ਨੇ, ਤਾਂ ਇਸੇ ਤਰੀਕੇ ਦੇ ਨਾਲ ਉਹ ਆਵਾਜ਼ ਚੱਕਣ ਤੋਂ ਬਾਅਦ ਕੋਈ ਵੀ ਜਿਹੜੀ ਹੈ ਉਹਦੇ ਤੇ ਆਪਾਂ ਕਹਿ ਲਈਏ ਕਿ ਕੁਝ ਟਸ ਤੋਂ ਮਸ ਹੁੰਦੀ ਸਰਕਾਰ ਦਿਖਾਈ ਨਹੀਂ ਦਿੱਤੀ, ਤਾਂ ਫਿਰ ਸ਼ਾਇਦ ਲੱਗਦਾ ਸੀ ਕਿ ਕੁੰਵਰ ਵਿਜੇ ਪ੍ਰਤਾਪ ਜਿਹੜੇ ਆ ਉਹ ਵਿਧਾਨ ਸਭਾ ਦੇ ਅੰਦਰ ਇਸ ਪੂਰੇ ਮੁੱਦੇ ਤੇ ਖੇਡਣਗੇ, ਪਰ ਮੈਨੂੰ ਲੱਗਦਾ ਕਿ ਕੁਝ ਨਹੀਂ ਹੋਇਆ। ਸੁਖਵਿੰਦਰ ਜੀ, ਤੁਸੀਂ ਚਲੋ ਮੈਂ ਗੱਲ ਦਾ ਟਰੈਕ ਸ਼ਾਇਦ ਦੂਜਾ ਪਾਸੇ ਮੈਂ ਫੜ ਲਵਾਂ, ਤੁਸੀਂ ਇਸ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਕਿਸੇ ਵੀ ਵਿਅਕਤੀ ਨੇ, ਚਾਹੇ ਉਹ ਵਿਰੋਧੀ ਧਿਰ ਦਾ ਹੋਵੇ ਚਾਹੇ ਸੱਤਾਧਾਰੀ ਧਿਰ ਦਾ ਹੋਵੇ, ਕਿਸੇ ਨੇ ਵੀ ਇਸ ਮੁੱਦੇ ਤੇ ਸਿਵਾਏ ਸਰਦਾਰ ਪ੍ਰਤਾਪ ਸਿੰਘ ਬਾਜਵਾ ਦਾ, ਉਹਨਾਂ ਨੇ ਜ਼ਰੂਰ ਇਹ ਨਹੀਂ ਗੱਲ ਕੀਤੀ ਕਿ ਉਹ ਜਦੋਂ ਕੁੰਵਰ ਵਿਜੇ ਪ੍ਰਤਾਪ ਦੀ ਸਿਫਤ ਕਰ ਰਹੇ ਸਨ, ਇਸ ਮੁੱਦੇ ਵੱਲ ਕਿਸੇ ਨੇ ਕੋਈ ਧਿਆਨ ਹੀ ਨਹੀਂ ਦਿੱਤਾ। ਅੱਜ ਦੀਆਂ ਵੀ ਕੁਝ ਅਖਬਾਰਾਂ 'ਚ, ਨਿਊਜ਼ਪੇਪਰਾਂ 'ਚ ਇੱਕ ਖਬਰ ਛਪੀ ਆ ਕਿ ਆਮ ਆਦਮੀ ਪਾਰਟੀ ਦੀ ਜੇ ਸੰਗਰੂਰ ਜ਼ਿਮਨੀ ਚੋਣ 'ਚ ਹਾਰ ਹੋਈ ਆ ਤਾਂ ਕੇਵਲ ਬੇਅਦਬੀਆਂ ਦੇ ਮੁੱਦੇ ਕਾਰਨ ਉਹਨਾਂ ਵੱਲੋਂ ਪਾਸਾ ਪਲਟਣਾ ਇਹਨਾਂ ਕਰਕੇ ਹੋਈ ਆ। ਇਹ ਕੁਝ ਅਖਬਾਰਾਂ ਦੇ ਵਿੱਚ ਅੱਜ ਆਪਾਂ ਕੋਸ਼ਿਸ਼ ਕਰਾਂਗੇ ਕਿ ਜਿਹੜੇ ਲੋਕ ਇਹ ਚੀਜ਼ਾਂ ਛੱਡ ਕੇ ਜਿਹੜੇ ਭੱਜ ਰਹੇ, ਆਪਾਂ
ਆਪਾਂ ਉਹਨਾਂ ਨੂੰ ਖਿੱਚ ਕੇ ਇਹਨਾਂ ਮੁੱਦਿਆਂ ਤੇ ਲਿਆਈਏ। ਤੁਸੀਂ ਬਹੁਤ ਵਧੀਆ ਗੱਲ ਕੀਤੀ ਕਿ ਪ੍ਰਤਾਪ ਸਿੰਘ ਬਾਜਵਾ ਤੋਂ ਬਿਨਾਂ ਸ਼ਾਇਦ ਮੈਂ ਵੀ ਨਹੀਂ ਜਿਹੜਾ ਸੁਣਿਆ, ਆਪਾਂ ਲਗਾਤਾਰ ਸੈਸ਼ਨ ਸੁਣ ਰਹੇ ਹਾਂ, ਸ਼ਾਇਦ ਅਸੀਂ ਜਿਹੜਾ ਭੁੱਲ ਵੀ ਰਹੇ ਹੋਈਏ, ਪਰ ਲਗਾਤਾਰ ਅਸੀਂ ਕੋਸ਼ਿਸ਼ ਕਰ ਰਹੇ ਸੀ ਸਾਰੇ ਦਾ ਸਾਰਾ ਸੈਸ਼ਨ ਸੁਣਨ ਦੀ ਸਾਰੇ ਦਿਨਾਂ ਦੇ ਵਿੱਚ। ਮੈਨੂੰ ਪ੍ਰਤਾਪ ਸਿੰਘ ਬਾਜਵਾ ਤੋਂ ਬਿਨਾਂ ਕੋਈ ਇਸ ਪੂਰੇ ਮੁੱਦੇ ਦੇ ਉੱਪਰ ਬੋਲਦਾ ਦਿਖਾਈ ਜਿਹੜਾ ਉਹ ਦਿੱਤਾ ਨਹੀਂ ਅਣਖੀ ਸਾਹਿਬ। ਤਾਂ ਫਿਰ ਕਿਵੇਂ ਦੇਖਦੇ ਹੋ? ਦੋ ਕਾਰਨ ਤੁਸੀਂ ਦੱਸੇ, ਇੱਕ ਤਾਂ ਮੰਤਰੀ ਮੰਡਲ ਦੀ ਗੱਲ ਵਾਲਾ, ਉਹ ਜਿਹੜਾ ਮੈਨੂੰ ਥੋੜਾ ਜਿਹਾ ਘੱਟ ਵਿਸ਼ਵਾਸ ਲੱਗ ਰਿਹਾ ਹੈ, ਔਰ ਦੂਜੇ ਤੇ ਮੈਨੂੰ ਥੋੜਾ ਜਿਹਾ ਜ਼ਿਆਦਾ ਵਿਸ਼ਵਾਸ ਲੱਗ ਰਿਹਾ ਜਿਹੜਾ ਤੁਸੀਂ ਕਿਹਾ ਕਿ ਸ਼ਾਇਦ ਉਹਨਾਂ ਨੂੰ ਭਰੋਸੇ 'ਚ ਜਿਹੜਾ ਉਹ ਲੈ ਲਿਆ ਹੋਵੇ। ਤਾਂ ਅਣਖੀ ਸਾਹਿਬ ਕੀ ਲੱਗਦਾ ਹੈ ਕਿ ਇਹ ਵਾਕਈ ਕੁੰਵਰ ਵਿਜੇ ਪ੍ਰਤਾਪ ਨੇ ਜੇ ਭਰੋਸੇ 'ਚ ਆ ਕੇ ਵੀ ਇਹ ਗੱਲਾਂ ਜਿਹੜੀਆਂ ਮੰਨ ਲਈਆਂ, ਜਾਂ ਕੀ ਲੱਗਦਾ ਹੈ ਕਿ ਕੁੰਵਰ ਵਿਜੇ ਪ੍ਰਤਾਪ ਨੂੰ ਇਹ ਗੱਲਾਂ ਤੇ ਜੇ ਦੱਬ ਵੀ ਲਿਆ ਜਾਂ ਕਿਸੇ ਤਰੀਕੇ ਦੇ ਨਾਲ ਭਰੋਸੇ 'ਚ ਲੈ ਕੇ ਰੋਕ ਵੀ ਲਿਆ, ਕੀ ਲੱਗਦਾ ਕਿ ਬਹੁਤਾ ਚਿਰ ਕੁੰਵਰ ਵਿਜੇ ਪ੍ਰਤਾਪ ਨੂੰ ਰੋਕਿਆ ਜਾ ਸਕੇਗਾ? ਜੇ ਨਹੀਂ ਮਾਮਲੇ ਤੇ ਹੱਲ ਹੁੰਦਾ, ਜੇ ਨਹੀਂ ਮਾਮਲੇ ਤੇ ਹੱਲ ਹੁੰਦਾ, ਜੇ ਹੁੰਦਾ ਤਾਂ ਵੱਖਰੀ ਗੱਲ ਹੈ। ਇਹ ਪ੍ਰਸ਼ਨ ਮਹੱਤਵਪੂਰਨ ਆ ਕਿ ਕੰਵਰ ਵਿਜੇ ਪ੍ਰਤਾਪ ਸਿੰਘ, ਆਪਾਂ ਇਹ ਨਾ ਕਹੀਏ, ਆਪਾਂ ਇਹ ਕਹਿ ਸਕਦੇ ਹਾਂ ਕਿ ਕੰਵਰ ਵਿਜੇ ਪ੍ਰਤਾਪ ਸਿੰਘ ਹੋਰ ਕਿੰਨਾ ਚਿਰ ਰੁਕੇ ਰਹਿਣਗੇ। ਜੇਕਰ ਸਰਕਾਰ ਨੇ ਉਹਨਾਂ ਨੂੰ ਭਰੋਸਾ ਦੇ ਕੇ ਡੱਕ ਵੀ ਲਿਆ, ਆਪਾਂ ਇਸ ਐਂਗਲ ਤੋਂ ਸੋਚੀਏ ਕਿ ਉਹ ਡੱਕੇ ਰਹਿਣਗੇ। ਘੱਟ ਤੋਂ ਘੱਟ ਉਹ ਅਫਸਰ ਨੂੰ, ਜਿੰਨਾ ਕਿ ਮੈਂ ਜਾਣਦਾ, ਜਿੰਨੇ ਕਿ ਉਹਦੀ ਕਾਰਜਸ਼ੈਲੀ ਨੂੰ ਮੈਂ ਨਜ਼ਦੀਕ ਤੋਂ ਵੇਖਿਆ, ਨਾ ਉਹ ਅਫਸਰ ਕਿਸੇ ਅੱਗੇ ਝੁਕਦਾ, ਨਾ ਉਹ ਵਿਕਦਾ। ਆਪਣੇ ਮੁੱਦਿਆਂ ਦੇ ਆਧਾਰ ਦੇ ਉੱਤੇ ਉਹਨੇ ਹਮੇਸ਼ਾ ਆਪਣੀ ਗੱਲ ਜਿਹੜੀ ਰੱਖੀ ਆ, ਜੋ ਮਰਜ਼ੀ ਉਸਦਾ ਨੁਕਸਾਨ ਹੋਵੇ, ਨਹੀਂ ਹੁੰਦਾ ਨਾ ਹੋਵੇ। ਤੇ ਜੇਕਰ ਇਹੋ ਜਿਹੀਆਂ ਸਥਿਤੀਆਂ ਦੇ ਵਿੱਚ ਵੀ ਉਹਨੂੰ ਮੰਨ ਲਓ ਭਰੋਸਾ ਦੇ ਕੇ ਜਿਸ ਤਰੀਕੇ ਨਾਲ ਉਹਨੂੰ ਲਾਲੀਆਂ ਪਾਪੀਆਂ ਕਰਕੇ ਜਿਸ ਤਰ੍ਹਾਂ ਸਰਕਾਰਾਂ ਕਰਦੀਆਂ ਨੇ, ਹਾਂਜੀ ਕਰ ਲਾਂਗੇ, ਤੇ ਇਹ ਗੱਲ ਜਿਹੜੀ ਜ਼ਿਆਦਾ ਚਿਰ ਚੱਲੇਗੀ ਨਹੀਂ। ਕਿਉਂ ਜ਼ਿਆਦਾ ਚਿਰ ਚੱਲੇਗੀ? ਕਿਉਂ ਨਹੀਂ? ਕਿਉਂਕਿ ਉਸ ਵਿਅਕਤੀ ਨੇ ਇਸ ਮੁੱਦੇ ਦੇ ਉੱਤੇ ਬਹੁਤ ਕੁਝ ਗਵਾਇਆ ਵੀ ਆ ਤੇ ਬਹੁਤ ਕੁਝ ਖੱਟਿਆ ਵੀ ਆ। ਤਾਂ ਜਦੋਂ ਵਿਅਕਤੀ ਦਾ ਕੇਵਲ ਸਿਰਫ ਤੇ ਸਿਰਫ ਇਹ ਨਿਸ਼ਾਨਾ ਹੋਵੇ, ਜਦੋਂ ਉਸ ਵਿਅਕਤੀ ਕੋ ਕੁਝ ਵੀ ਗਵਾਉਣ ਨੂੰ ਨਾ ਹੋਵੇ, ਤਾਂ ਫਿਰ ਉਹ ਵਿਅਕਤੀ ਸਾਰਾ ਕੁਝ ਕਰਨ ਵਾਸਤੇ ਤਿਆਰ ਹੁੰਦਾ। ਇਹੋ ਜਿਹੀਆਂ ਸਥਿਤੀਆਂ ਦੇ ਵਿੱਚ ਕੰਵਰ ਵਿਜੇ ਪ੍ਰਤਾਪ ਜ਼ਿਆਦਾ ਚਿਰ ਸਰਕਾਰ ਦੇ ਭਰੋਸੇ ਦੇ ਉੱਤੇ ਰਹਿਣਗੇ ਨਹੀਂ। ਤੁਹਾਨੂੰ ਯਾਦ ਹੋਵੇਗਾ ਕਿ ਇਹ ਉਹੀ ਵਿਅਕਤੀ ਸੀ ਜਿਹੜਾ ਕੈਪਟਨ ਅਮਰਿੰਦਰ ਸਿੰਘ ਹੋਣਾ ਦੇ ਖਿਲਾਫ ਵੀ ਬੋਲਿਆ, ਔਰ ਉਸ ਤੋਂ ਬਾਅਦ ਅਤੁਲ ਨੰਦਾ ਦੇ ਖਿਲਾਫ ਵੀ ਬੋਲਿਆ, ਤੇ ਜਾ ਕੇ ਉਹਨੇ ਅਸਤੀਫਾ ਉਹਨਾਂ ਦਿਨਾਂ 'ਚ ਅਗਲੇ ਦੇ ਮੂੰਹ ਤੇ ਮਾਰ ਦਿੱਤਾ ਸੀ, ਏਡੀ ਵੱਡੀ ਨੌਕਰੀ ਤੇ। ਤਾਂ ਉਸ ਨੌਕਰੀ ਦੇ ਅਹੁਦੇ ਦੇ ਮੁਕਾਬਲੇ ਤਾਂ ਐਮਐਲਏ ਦਾ ਅਹੁਦਾ ਜਿਹੜਾ ਕੁਝ ਵੀ ਨਹੀਂ ਹੁੰਦਾ। ਸੋ ਇਹਦੇ ਸੰਬੰਧ ਵਿੱਚ ਮੈਂ ਇਹ ਗੱਲ ਕਹਿ ਸਕਦਾ ਕਿ ਕੰਵਰ ਵਿਜੇ ਪ੍ਰਤਾਪ ਜ਼ਿਆਦਾ ਚਿਰ ਸਰਕਾਰ ਦੇ ਭਰੋਸੇ ਤੇ ਰਹਿਣਗੇ ਨਹੀਂ। ਤੇ ਦੂਜੇ ਪਾਸੇ ਸਰਕਾਰ ਨੂੰ ਵੀ ਇਹ ਗੱਲ ਦਾ ਪਤਾ ਲੱਗ ਗਿਆ ਕਿ ਲੋਕਾਂ ਇਸ ਸੰਗਰੂਰ ਦੀ ਜਿਮਨੀ ਚੋਣ ਨੇ ਸਰਕਾਰ ਨੂੰ ਇਹ ਦਰਸਾ ਦਿੱਤਾ ਕਿ ਲੋਕਾਂ ਦੇ ਵਿੱਚ ਉਸਦਾ ਆਧਾਰ ਕਿਹੋ ਜਿਹਾ ਤੇ ਆਧਾਰ ਨੂੰ ਕਿਸ ਤਰੀਕੇ ਨਾਲ ਖੋਰਾ ਲੱਗ ਚੁੱਕਾ। ਕਿਉਂਕਿ ਜਿਸ ਵੀ ਬੰਦੇ ਨੇ ਬੇਅਦਬੀਆਂ ਗੁਰੂ ਗ੍ਰੰਥ ਸਾਹਿਬ ਦੇ ਨਾਮ ਦੇ ਉੱਤੇ ਰਾਜਨੀਤੀ ਕੀਤੀ, ਉਹਨਾਂ ਦਾ ਵੀ ਕੱਖ ਨਹੀਂ ਰਿਹਾ, ਤੇ ਜਿਨ੍ਹਾਂ ਨੇ ਬੇਅਦਬੀ ਕਰਵਾਈ ਉਹਨਾਂ ਦਾ ਵੀ ਕੱਖ ਨਹੀਂ ਰਿਹਾ। ਤੁਹਾਨੂੰ ਯਾਦ ਹੋਵੇਗਾ ਆਮ ਆਦਮੀ ਪਾਰਟੀ ਵੀ ਬੜਾ ਰੌਲਾ ਪਾਉਂਦੀ ਰਹੀ ਹੈ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ, ਰਾਜਨੀਤੀ ਇਹਨਾਂ ਨੇ ਵੀ ਕੀਤੀ ਆ। 24 ਘੰਟਿਆਂ ਦੀ ਜਿਹੜੀ ਗੱਲ, ਮਾਫ ਕਰਨਾ ਅਣਖੀ ਸਾਹਿਬ, ਤੁਸੀਂ ਬਹੁਤ ਵਧੀਆ ਚੇਤੇ ਕਰਾਤੀ ਗੱਲ। 24 ਘੰਟਿਆਂ ਦੀ ਗੱਲ ਕੀਤੀ। ਦੇਖੋ ਜਿਹੜੇ ਬੰਦਿਆਂ ਨੇ ਇਹਨਾਂ ਮੁੱਦਿਆਂ ਦੇ ਉੱਪਰ ਸਿਆਸਤ ਕੀਤੀ, ਚਾਹੇ ਉਹ ਬੇਅਦਬੀ ਹੋਵੇ, ਚਾਹੇ ਗੋਲੀकांड ਹੋਵੇ, ਹਰਸਿਮਰਤ ਕੌਰ ਬਾਦਲ ਦੀ ਅਰਦਾਸ ਤੋਂ ਬਾਅਦ ਜਿਹੜੇ ਮੁੱਦਿਆਂ ਨੇ, ਜਿਹੜੇ ਲੋਕਾਂ ਨੇ ਜਿਹੜੀ ਹੈ ਇਸ ਮੁੱਦਿਆਂ ਤੇ ਸਿਆਸਤ ਕੀਤੀ, ਉਹ ਸਾਰੇ ਜਿਹੜੇ ਆਪਾਂ ਦੇਖਿਆ ਕਿ ਟੰਗੇ ਗਏ, ਉਹ ਬੁਰੇ ਤਰੀਕੇ ਦੇ ਨਾਲ ਜਿਹੜੇ ਉਹ ਟੰਗੇ ਗਏ ਪ੍ਰਮਾਤਮਾ ਦੀ ਅਦਾਲਤ ਦੇ ਵੱਲੋਂ। ਤਾਂ ਉੱਥੇ ਹੀ ਜੇ ਆਮ ਆਦਮੀ ਪਾਰਟੀ ਦੀ ਅਸੀਂ ਗੱਲ ਕਰੀਏ, ਆਮ ਆਦਮੀ ਪਾਰਟੀ ਦੇ ਵੱਲੋਂ ਵੀ ਜਿਹੜਾ ਅਰਵਿੰਦ ਕੇਜਰੀਵਾਲ ਵੀ ਸਿਆਸਤ ਕਰਕੇ ਗਏ ਸੀ, ਉਹਨਾਂ ਨੇ ਵੀ ਇਹ ਗੱਲ ਕੀਤੀ ਕਿ 24 ਘੰਟਿਆਂ ਦੇ ਅੰਦਰ ਜਿਹੜਾ ਇਨਸਾਫ ਦਿਵਾਇਆ ਜਾ ਸਕਦਾ ਜੇ ਸਰਕਾਰ ਦੀ ਨੀਅਤ ਹੋਵੇ। ਤਾਂ ਕਹਿੰਦੇ ਸੀ ਕੁੰਵਰ ਵਿਜੇ ਪ੍ਰਤਾਪ ਜਿਹੜੇ ਆ, ਉਹਨਾਂ ਨੇ ਜਾਂਚ ਕੀਤੀ, ਉਹਨਾਂ ਕੋਲੇ ਸਾਰੇ ਸਬੂਤ ਹੈ। ਉਦੋਂ ਚੰਨੀ ਦਾ ਨਾਮ ਲੈ ਕੇ ਉਹਨਾਂ ਨੇ ਗੱਲ ਕੀਤੀ, ਜੇ ਚੰਨੀ ਸਾਹਿਬ ਕਹਿੰਦੇ ਚਾਹਣ ਤਾਂ 24 ਘੰਟਿਆਂ ਦੇ ਵਿੱਚ ਸਬੂਤ ਇਕੱਠੇ ਹੋਏ ਪਏ ਆ, ਤੇ 24 ਘੰਟਿਆਂ ਦੇ ਵਿੱਚ ਜਿਹੜੀ ਕਹਿੰਦੇ ਸਜ਼ਾ ਉਹ ਦੇ ਸਕਦੇ ਆ। ਪਰ ਅੱਜ ਅਣਖੀ ਸਾਹਿਬ 100 ਦਿਨ ਤੋਂ ਉੱਪਰ ਸਰਕਾਰ ਬਣੀ ਨੂੰ ਹੋ ਗਿਆ, ਤੇ ਹਾਲੇ ਤੱਕ ਵੀ ਉਹਨਾਂ ਮਾਮਲਿਆਂ ਦੇ ਵਿੱਚ ਕੋਈ ਬਹੁਤੀ ਜ਼ਿਆਦਾ ਇਨਪੁਟ ਜਿਹੜੀ ਆ ਉਹ ਦਿਖਾਈ ਨਹੀਂ ਦੇ ਰਹੀ। ਔਰ ਜੇ ਮੈਂ ਆਮ ਆਦਮੀ ਪਾਰਟੀ ਦੀ ਗੱਲ ਕਰਾਂ, ਜੇ ਆਪਾਂ ਦੂਜੀਆਂ ਦੀ ਗੱਲ ਕਰੀਏ ਕਿ ਪਹਿਲਾਂ ਵਾਲਿਆਂ ਨੂੰ ਸਿਆਸਤ ਕਰਨ ਤੇ ਸਜ਼ਾ ਮਿਲੀ, ਤਾਂ ਉੱਥੇ ਹੀ ਆਮ ਆਦਮੀ ਪਾਰਟੀ ਨੂੰ ਵੀ ਜੇ ਆਪਾਂ ਸੰਗਰੂਰ ਦੇ ਰਿਜ਼ਲਟ ਨੂੰ ਦੇਖੀਏ ਤਾਂ ਸਜ਼ਾ ਜਿਹੜੀ ਆ ਉਹ ਮਿਲਦੀ ਦਿਖਾਈ ਦੇ ਰਹੀ ਹੈ। ਔਰ ਜਿਹੋ ਜਿਹੇ ਤਰੀਕੇ ਦੇ ਨਾਲ ਪਹਿਲੇ 3 ਮਹੀਨਿਆਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈ, ਉਹ ਚਾਹੇ ਲਾਅ ਐਂਡ ਆਰਡਰ ਦੇ ਮਸਲੇ ਤੇ ਹੋਵੇ, ਚਾਹੇ ਵੱਖ-ਵੱਖ ਮੁੱਦਿਆਂ ਤੇ ਹੋਵੇ, ਜਿਸ ਤਰੀਕੇ ਦੇ ਨਾਲ ਪਹਿਲੇ 3 ਮਹੀਨਿਆਂ ਦੇ ਅੰਦਰ ਹੀ ਜਿਹੜਾ 100 ਦਿਨਾਂ ਦੇ ਅੰਦਰ ਹੀ ਪੰਜਾਬ ਦੇ ਲੋਕਾਂ ਦਾ ਜਿਹੜਾ ਗੁੱਸੇ ਦਾ ਸਹਿਣ ਉਹਨਾਂ ਨੂੰ ਕਰਨਾ ਪੈ ਰਿਹਾ, ਪੰਜਾਬ ਦੇ ਲੋਕਾਂ ਦਾ ਗੁੱਸਾ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਉੱਪਰ ਟੁੱਟ ਰਿਹਾ, ਅਣਖੀ ਸਾਹਿਬ ਮੈਨੂੰ ਲੱਗਦਾ ਕਿ ਸਜ਼ਾ ਵਾਲਾ ਜਿਹੜਾ ਸਿਸਟਮ ਉਹਨਾਂ ਦੇ ਖਿਲਾਫ ਵੀ ਜਿਹੜਾ ਪਰਮਾਤਮਾ ਦਾ ਸ਼ੁਰੂ ਹੋ ਚੁੱਕਿਆ। ਬਿਲਕੁਲ ਸਜ਼ਾ ਮਿਲਣੀ ਸ਼ੁਰੂ ਹੋ ਚੁੱਕੀ ਆ। ਅਕਾਲ ਪੁਰਖ ਨੇ ਸਜ਼ਾ ਦੇਣੀ ਸ਼ੁਰੂ ਕਰਤੀ ਹੈ। ਸੁਖਵਿੰਦਰ ਜੀ, ਆਮ ਆਦਮੀ ਪਾਰਟੀ ਕੋਲ ਬਹੁਤ ਵਧੀਆ ਮੌਕਾ ਸੀ ਸੰਗਰੂਰ ਦੀ ਜਿਮਨੀ ਚੋਣਾਂ ਦਾ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਸ ਤਰੀਕੇ ਨਾਲ ਪੰਥਕ ਮੁੱਦੇ ਨੂੰ ਉਭਾਰਦਾ ਪਿਆ ਸੀ, ਜਿਸ ਤਰੀਕੇ ਨਾਲ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਉਹ ਗੱਲ ਕੀਤੀ,
ਔਰ ਦੂਜੇ ਪਾਸੇ ਜਿਹੜੀਆਂ ਵਿਰੋਧੀ ਰਵਾਇਤੀ ਪਾਰਟੀਆਂ ਨੇ ਆਮ ਆਦਮੀ ਪਾਰਟੀ ਨੂੰ ਅਮਨ ਤੇ ਕਾਨੂੰਨ ਦੀ ਸਥਿਤੀ ਤੇ ਸਿੱਧੂ ਮੂਸੇਵਾਲ ਦੇ ਕਤਲ ਦੇ ਸੰਬੰਧ ਦੇ ਵਿੱਚ ਘੇਰਦੀਆਂ ਪਈਆਂ ਸਨ। ਤਾਂ ਆਮ ਆਦਮੀ ਪਾਰਟੀ ਬੈਕਫੁੱਟ ਤੇ ਜਾ ਰਹੀ ਸੀ। ਉਹ ਸਾਰੇ ਸਮੇਂ ਦੇ ਵਿੱਚ ਅਗਰ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਜਾਂ ਜੋ ਇਸ ਮੁੱਦੇ ਤੇ ਕੰਮ ਕਰਦੀ ਬੇਅਦਬੀਆਂ ਦੇ ਮੁੱਦੇ ਤੇ ਜਾਂ ਗੋਲੀकांड ਦੇ ਮੁੱਦੇ ਤੇ ਫੜ ਕੇ ਜੇ ਕੋਈ 2-4 ਬੰਦੇ ਵੱਡੇ ਪੱਧਰ ਦੇ ਅੰਦਰ ਕੀਤੇ ਹੁੰਦੇ ਤਾਂ ਸ਼ਾਇਦ ਆਮ ਆਦਮੀ ਪਾਰਟੀ ਦਾ ਸੰਗਰੂਰ ਦੀ ਜਿਮਨੀ ਚੋਣ ਦਾ ਨਤੀਜਾ ਕੁਝ ਹੋਰ ਹੁੰਦਾ। ਸਰਕਾਰ ਉੱਥੋਂ ਖੁੰਝੀ, ਆਮ ਆਦਮੀ ਪਾਰਟੀ ਦੀ ਸਰਕਾਰ ਖੁੰਝੀ ਇਸ ਕਰਕੇ ਕਿਉਂਕਿ ਉਹ ਓਵਰ ਕੌਨਫੀਡੈਂਸ ਦਾ ਸ਼ਿਕਾਰ ਰਹੇ। ਉਹਨਾਂ ਨੇ ਸੋਚਿਆ ਕਿ ਸ਼ਾਇਦ ਅਜੇ ਵੀ ਸਾਡੇ ਲੋਕਾਂ ਦੇ ਮਨਾਂ ਵਿੱਚ ਸਾਡੇ ਪ੍ਰਤੀ ਪੂਰਨ ਤੌਰ ਤੇ ਵਿਸ਼ਵਾਸ ਹੈਗਾ, ਪਰ ਨਹੀਂ। ਪੰਜਾਬ ਦੇ ਲੋਕ ਗੁਰੂ ਗ੍ਰੰਥ ਸਾਹਿਬ ਦੇ ਨਾਲ ਭਾਵਨਾਤਮਕ ਪੱਧਰ ਤੇ ਜੁੜੇ ਆ। ਜੋ ਮਰਜ਼ੀ ਹੋ ਜੇ, ਅੱਜ ਦੀ ਤਰੀਕ ਦੇ ਵਿੱਚ ਵੀ ਜਿਹੜਾ ਵਿਅਕਤੀ ਇੰਨੀ ਗੱਲ ਕਹੂਗਾ ਕਿ ਹਾਂ ਭਾਈ ਉਹਨਾਂ ਦੇ ਬੇਅਦਬੀਆਂ ਦੇ ਦੋਸ਼ੀਆਂ ਨੂੰ ਅਸੀਂ ਸਜ਼ਾ ਦਿੰਦੇ ਆ, ਮੈਨੂੰ ਯਕੀਨ ਆ ਪੰਜਾਬ ਦੇ ਲੋਕ ਉੱਤੇ ਅੰਨਾ ਵਿਸ਼ਵਾਸ ਕਰਕੇ ਉਹਦੇ ਪਿੱਛੇ ਤੁਰ ਸਕਦੇ ਆ। ਸੋ ਬੜੀ ਵਧੀਆ ਤੁਸੀਂ ਗੱਲ ਕੀਤੀ ਕਿ ਸੰਗਰੂਰ ਦੀ ਜਿਮਨੀ ਚੋਣਾਂ ਦਾ ਨਤੀਜਾ ਪਰਮਾਤਮਾ ਵੱਲੋਂ ਆਮ ਆਦਮੀ ਪਾਰਟੀ ਨੂੰ ਸਜ਼ਾ ਦੇਣ ਦੇ ਸੰਬੰਧ ਦੇ ਵਿੱਚ ਸ਼ੁਰੂ ਹੋ ਚੁੱਕਾ। ਹੁਣ ਅੱਗੇ ਵੇਖਣਾ ਹੋਵੇਗਾ ਕਿ ਅੱਗੇ ਕੀ ਹੋਵੇਗਾ। ਬਿਲਕੁਲ, ਚਲੋ ਅਸੀਂ ਆਸ ਕਰਦੇ ਹਾਂ ਕਿ ਕੁੰਵਰ ਵਿਜੇ ਪ੍ਰਤਾਪ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈ ਇਹਨਾਂ ਪੂਰੇ ਮਾਮਲਿਆਂ ਦੇ ਉੱਪਰ ਜਿਹੜੀ ਹੈਗੀ ਆ, ਜਿਵੇਂ ਆਸ ਲੋਕਾਂ ਦੀ ਵੱਜੀ ਹੈ ਕਿ ਇਹ ਕੁੰਵਰ ਵਿਜੇ ਪ੍ਰਤਾਪ ਔਰ ਇਹਨਾਂ ਦੀ ਸਰਕਾਰ ਜਿਹੜੀ ਹੈ ਇਹਨਾਂ ਪੂਰੇ ਮਾਮਲਿਆਂ ਦੇ ਇਨਸਾਫ ਦਿਵਾਊਗੀ, ਤਾਂ ਅਸੀਂ ਆਸ ਕਰਦੇ ਹਾਂ ਔਰ ਫਿਰ ਤੋਂ ਅਰਦਾਸ ਕਰਦੇ ਹਾਂ ਕਿ ਇਹ ਜਿਹੜੇ ਆ ਕੁੰਵਰ ਵਿਜੇ ਪ੍ਰਤਾਪ ਤੇ ਆਮ ਆਦਮੀ ਪਾਰਟੀ ਜਿਹੜੀ ਹੈ ਇਸ ਤੇ ਖਰਾ ਜ਼ਰੂਰ ਉਤਰੇ। ਤਾਂ ਅਗਲੀ ਖਬਰ ਆਪਾਂ ਨੇ ਹਿਸਾਬ ਲੈ ਲਈਏ। ਅਗਲੀ ਖਬਰ ਇਹ ਹੈ ਕਿ ਜਿਹੜਾ ਸਿੱਧੇ ਤੌਰ ਤੇ ਭਗਵੰਤ ਮਾਨ ਦੇ ਵੱਲੋਂ ਨਸੀਹਤ ਜਿਹੜੀ ਦੇ ਦਿੱਤੀ ਗਈ ਹੈ ਉਹਨਾਂ ਲੀਡਰਾਂ ਨੂੰ ਜਿਹੜੇ ਲੀਡਰ ਬੀਜੇਪੀ ਦੇ ਵਿੱਚ ਵੀ ਚਲੇ ਗਏ। ਉਹ ਕਹਿੰਦੇ ਕਿ ਜਿੱਥੇ ਮਰਜ਼ੀ ਭੱਜ ਲਓ। ਕਾਂਗਰਸ ਵਾਲਿਆਂ ਤੇ ਵੀ ਉਹਨਾਂ ਨੇ ਨਿਸ਼ਾਨੇ ਸਾਧੇ। ਕਹਿੰਦੇ ਕਿ ਕੁਝ ਕੁ ਬੰਦੇ ਤਾਂ ਜਿਹੜੇ ਜਾ ਕੇ ਹਾਈ ਕੋਰਟ ਜਾਈ ਜਾਂਦੇ ਆ, ਪਹਿਲਾਂ ਹੀ ਕਹਿੰਦੇ ਉਹਨਾਂ ਦੇ ਖਿਲਾਫ ਕੋਈ FIR ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ, ਕੋਈ ਜਾਂਚ ਨਹੀਂ। ਪਹਿਲਾਂ ਹੀ ਕਹੀ ਜਾਂਦੇ ਆ ਕਿ ਸਾਨੂੰ ਗ੍ਰਿਫਤਾਰ ਕਰਨ ਤੋਂ ਪਹਿਲਾਂ 7 ਦਿਨ ਦਾ ਜਿਹੜਾ ਸਮਾਂ ਦਿੱਤਾ ਜਾਵੇ। ਔਰ ਨਾਲ ਹੀ ਨਾਲ ਉਹਨਾਂ ਨੇ ਕਿਹਾ ਕਿ ਹੋਰ ਵੀ ਲੋਕਾਂ ਤੇ ਜਿਹੜੀ ਹੈ ਕਾਰਵਾਈ ਤੁਹਾਡੇ ਵਾਲੇ ਪਾਸੇ ਕਹਿੰਦੇ ਹੋਊਗੀ। ਤੇ ਨਾਲ ਹੀ ਨਾਲ ਉਹਨਾਂ ਨੇ ਇਹ ਵੀ ਗੱਲ ਕਹਿਤੀ ਕਿ ਇਹ ਨਾ ਸੋਚਿਓ ਕਿ ਜਿਹੜੇ ਲੋਕ ਇੱਕ ਵੱਡੀ ਰਾਜਨੀਤਿਕ ਪਾਰਟੀ ਵਾਲੇ ਪਾਸੇ ਜਾ ਕੇ ਉਹ ਵੱਜ ਜਾਣਗੇ। ਭਾਵ ਕਿ ਜਿਹੜੇ ਕਾਂਗਰਸੀ ਲੀਡਰ ਜ਼ਿਆਦਾਤਰ ਭੱਜ ਰਹੇ ਸੀਗੇ BJP ਵਾਲੇ ਪਾਸੇ ਨੂੰ, ਤਾਂ ਉਹ ਕਹਿੰਦੇ ਕਿ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਵੱਡੀ ਰਾਜਨੀਤਿਕ ਪਾਰਟੀ 'ਚ ਜਾ ਕੇ ਜਿਹੜਾ ਉਹ ਵੜ ਜਾਓਗੇ ਤੇ ਤੁਹਾਡਾ ਜਿਹੜਾ ਖਹਿੜਾ ਛੁੱਟ ਜੂਗਾ। ਤੁਹਾਡਾ ਵੀ ਖਹਿੜਾ ਕਹਿੰਦੇ ਨਹੀਂ ਛੁੱਟਣ ਵਾਲਾ। ਉਧਰੋਂ ਵੀ ਕਹਿੰਦੇ BJP ਵਾਲੇ ਪਾਸਿਓਂ ਵੀ ਤੁਹਾਨੂੰ ਜਿਹੜਾ ਜੇਲ੍ਹਾਂ ਦੇ ਵਿੱਚ ਲਿਆਂਦਾ ਜਾਊਗਾ। ਸਿੱਧੇ ਤੌਰ ਤੇ ਨਸੀਹਤ ਭਗਵੰਤ ਮਾਨ ਦੀ ਜਿਹੜੀ ਹੈ, ਕਿਵੇਂ ਦੇਖਦੇ ਹੋ ਇਸ? ਦੇਖੋ, ਭਗਵੰਤ ਮਾਨ ਉਹਨਾਂ ਨੇ ਅੱਜ ਜਿਹੜੀ ਇਹ ਸਟੇਟਮੈਂਟ ਫਲੋਰ ਤੋਂ ਵਿਧਾਨ ਸਭਾ ਦੇ ਫਲੋਰ ਤੋਂ ਦਿੱਤੀ ਆ, ਬੜੀ ਮਹੱਤਵਪੂਰਨ ਆ। ਹੁਣ ਜਿਹੜੇ ਕਾਂਗਰਸ ਦੇ 4 ਮੰਤਰੀ, ਸਾਬਕਾ ਕਾਂਗਰਸ ਮੰਤਰੀ ਜਿਹੜੇ ਭਾਜਪਾ ਦੇ ਵਿੱਚ ਸ਼ਾਮਲ ਹੋਏ ਨੇ, ਜਿਨ੍ਹਾਂ ਦੇ ਵਿੱਚ ਡਾਕਟਰ ਰਾਜਕੁਮਾਰ ਵੇਰਕਾ, ਦੂਜੇ ਸ਼ਾਮ ਸੁੰਦਰ ਅਰੋੜਾ ਜਾਂ ਹੋਰ ਜਿਹੜੇ 2 ਬੰਦੇ ਨੇ, ਡਾਕਟਰ ਬਲਬੀਰ ਸਿੱਧੂ ਜਾਂ ਉਹਦੇ ਨਾਲ ਜਿਹੜੇ ਬੰਦੇ ਹੋਏ ਨੇ, ਕਿਤੇ ਨਾ ਕਿਤੇ ਕਰਪਸ਼ਨ ਦੇ ਕੇਸਾਂ ਦੇ ਵਿੱਚ ਉਹ ਹਮੇਸ਼ਾ ਡੁੱਬੇ ਰਹੇ ਨੇ। 2-3 ਨਾਮ ਜਿਹੜੇ ਨੇ, ਸਿਹਤ ਮੰਤਰੀ ਦਾ ਨਾਮ ਡਾਕਟਰ ਬਲਬੀਰ ਸਿੱਧੂ ਨਹੀਂ, ਬਲਬੀਰ ਸਿੰਘ ਸਿੱਧੂ ਜੀ, ਤਾਂ ਉਹਨਾਂ ਦਾ ਨਾਮ ਕਰਪਸ਼ਨ ਦੇ ਕੇਸਾਂ ਦੇ ਵਿੱਚ, ਗੁਰਪ੍ਰੀਤ ਕਾਂਗੜ ਵੀ ਗਏ ਸੀ ਖਾਸ ਤੌਰ ਤੇ ਕੋਵਿਡ ਦੇ ਕੇਸਾਂ ਦੇ ਵਿੱਚ। ਤੇ ਸ਼ਾਇਦ ਇਹੋ ਹੀ ਕਾਰਨ ਆ ਕਿ ਉਹਨਾਂ ਨੂੰ ਇਸ ਤਰੀਕੇ ਨਾਲ ਲੱਗਾ ਕਿ ਸ਼ਾਇਦ ਅਸੀਂ ਭਾਰਤੀ ਜਨਤਾ ਪਾਰਟੀ 'ਚ ਚਲੇ ਜਾਵਾਂਗੇ ਤਾਂ ਉੱਥੇ ਬਚਾਅ ਹੋ ਜਾਊਗਾ। ਇੱਕ ਤਾਂ ਬਿਆਨ ਇਸ ਸੰਬੰਧ ਵਿੱਚ ਦਿੱਤਾ ਕਿ ਜਿਹੜੇ ਵਿਅਕਤੀ ਉਹਨਾਂ ਦੇ ਰਡਾਰ ਦੇ ਉੱਤੇ ਹਨ, ਆਮ ਆਦਮੀ ਪਾਰਟੀ ਦੇ ਸਰਕਾਰ ਦੇ ਰਡਾਰ ਦੇ ਉੱਤੇ, ਉਹਨਾਂ ਦੇ ਵਿਰੁੱਧ ਕਾਰਵਾਈ ਜ਼ਰੂਰ ਹੋਊਗੀ, ਉਹ ਭਾਵੇਂ ਕਿਸੇ ਪਾਰਟੀ 'ਚ ਚਲੇ ਜਾਣ। ਸੁਖਵਿੰਦਰ ਜੀ, ਸਭ ਤੋਂ ਮਹੱਤਵਪੂਰਨ ਅੱਜ ਦੇ ਦਿਨ ਦੀ ਜੇਕਰ ਘਟਨਾ ਦੀ ਗੱਲ ਕਰੀ ਤਾਂ ਸੰਗਤ ਸਿੰਘ ਗਿਲਜੀਆ ਦੀ ਹੈ। ਸੰਗਤ ਸਿੰਘ ਗਿਲਜੀਆ ਹਾਈਕੋਰਟ ਪਹੁੰਚੇ। ਉਹਨਾਂ ਨੇ ਜਾ ਕੇ ਇੰਨੀ ਗੱਲ ਕਹੀ, ਜਿਸ ਤਰ੍ਹਾਂ ਭਾਰਤ ਭੂਸ਼ਣ ਆਸ਼ੂ ਵੀ ਗਏ ਸੀ, ਇਹ ਵੀ ਗਏ ਕਿ ਹਾਂਜੀ ਮਹਾਰਾਜ, ਮੇਰਾ FIR 'ਚ ਨਾਮ ਨਹੀਂ, ਇਸ ਤਰ੍ਹਾਂ ਕੋਈ ਵੀ ਕਾਰਵਾਈ ਆ ਜਿਹੜੀ ਸਭ ਤੋਂ ਪਹਿਲਾਂ ਮੈਨੂੰ ਦੱਸੀ ਜਾਵੇ, ਮੇਰੇ ਜਾਣਕਾਰੀ ਹੋਵੇ ਗ੍ਰਿਫਤਾਰੀ। ਹੁਣ ਦੂਜੇ ਪਾਸੇ ਭਗਵੰਤ ਮਾਨ ਕਹਿੰਦੇ ਕਿ ਮੈਂ ਤਾਂ ਕਿਸੇ ਨੂੰ ਇਹੋ ਜਿਹੇ ਵਿਅਕਤੀ ਨੂੰ ਕੋਈ ਕਾਰਵਾਈ ਨਹੀਂ ਕੀਤੀ, ਇਹ ਆਪੇ ਹੀ ਭੱਜਦੇ ਜਾਣਦੇ ਆ। ਪੰਜਾਬੀ 'ਚ ਇੱਕ ਬੜਾ ਮਹੱਤਵਪੂਰਨ ਇੱਕ ਅਸੀਂ ਕਹਿ ਸਕਦੇ ਹਾਂ ਅਖਾਣ ਹੈਗਾ ਕਿ ਬੰਦਾ ਨਹੀਂ ਕੰਬਦਾ, ਬੰਦੇ ਦੇ ਪਾਪ ਕੰਬਦੇ ਆ। ਬੰਦਾ ਦਾ ਡਰ ਜਿਹੜਾ ਹੁੰਦਾ ਉਹ ਪਾਪ ਨੂੰ ਕੰਬਣ ਵਾਸਤੇ ਮਜਬੂਰ ਕਰਦਾ। ਤੇ ਸ਼ਾਇਦ ਸੰਗਤ ਸਿੰਘ ਗਿਲਜੀਆ ਜਾਂ ਭਾਰਤ ਭੂਸ਼ਣ ਆਸ਼ੂ ਦੇ ਹੀ ਕੀਤੇ ਉਹ ਕੰਮ ਜਾਂ ਉਹ ਪਾਪ ਨੇ ਜਿਹੜੇ ਉਹਨਾਂ ਨੂੰ ਹਾਈ ਕੋਰਟ ਵੱਲ ਭੇਜਣ ਦੇ ਨੇ। ਤਾਂ ਇਸੇ ਹੀ ਕਾਰਨ ਭਗਵੰਤ ਮਾਨ ਨੇ ਅੱਜ ਵਿਧਾਨ ਸਭਾ ਦੇ ਵਿੱਚ ਇਹ ਗੱਲ ਠੋਕ ਕੇ ਕਹੀ ਆ ਕਿ ਕਾਂਗਰਸ ਦੇ ਮੰਤਰੀ ਕਰਦੇ ਕੀ ਰਹੇ, ਸਾਬਕਾ ਮੰਤਰੀ। ਔਰ ਬੜੀ ਇੰਟਰਸਟਿੰਗ ਗੱਲ ਆ ਕਿ ਉਸੇ ਸੰਗਤ ਸਿੰਘ ਗਿਲਜੀਆ ਦੇ ਨਾਲ ਅੱਜ ਸੁਖਜਿੰਦਰ ਸਿੰਘ ਰੰਧਾਵਾ ਦੀ ਫੋਟੋ ਵੀ ਸਾਹਮਣੇ ਆਈ, ਰਾਜਾ ਵੜਿੰਗ ਦੀ ਫੋਟੋ ਵੀ ਸਾਹਮਣੇ ਆਈ। ਤੇ ਦੂਜੇ ਪਾਸੇ ਸਾਧੂ ਸਿੰਘ ਧਰਮਸੋਤ ਜਿਹੜਾ ਜੇਲ੍ਹ ਦੇ ਵਿੱਚ ਆ, ਉਹਦੇ ਤੋਂ ਕਾਂਗਰਸ ਪਾਰਟੀ ਪੂਰਨ ਤੌਰ ਤੇ ਕਿਨਾਰਾਕਸ਼ੀ ਜਿਹੜੀ ਕਰ ਚੁੱਕੀ ਹੈ, ਜੋਗਿੰਦਰਪਾਲ ਭੂਆ ਤੋਂ ਵੀ ਕਰ ਚੁੱਕੀ ਆ। ਪਤਾ ਨਹੀਂ ਇਹ ਜਿਹੜੀ ਕਾਂਗਰਸ ਜਿਹੜੀ 17-18 ਵਿਧਾਇਕਾਂ ਵਾਲੀ ਇਹੋ ਹੀ ਸੋਚਦੀ ਆ ਕਿ ਜਦੋਂ ਬੰਦਾ ਅੰਦਰ ਚੱਲ ਜਾਊਗਾ ਸਾਡੇ ਸਾਰੇ ਰਿਸ਼ਤੇ ਨਾਤੇ ਉਹਦੇ ਨਾਲ ਖਤਮ ਹੋ ਜਾਣਗੇ। ਇਹ ਵੀ ਗੱਲ ਹੋ ਸਕਦੀ ਹੈ। ਸੋ ਇਹ ਇੱਕ ਅਲੱਗ ਵਿਸ਼ਾ।
ਤਾਂ ਇਹ ਜਿਹੜੀ ਕਾਂਗਰਸ ਪਾਰਟੀ ਜਿਹੜੀ 17-18 ਵਿਧਾਇਕ ਨੇ ਜਿਹੜੇ ਕਹਿੰਦੇ ਸੀ ਭ੍ਰਿਸ਼ਟਾਚਾਰ ਨੂੰ ਨੱਥ ਪਾਉਣੀ ਚਾਹੀਦੀ, ਭ੍ਰਿਸ਼ਟਾਚਾਰ ਖਤਮ ਹੋਣਾ ਚਾਹੀਦਾ, ਅਸੀਂ ਸਹਿਯੋਗ ਦੇਵਾਂਗੇ। ਅੱਜ ਜਦੋਂ ਸੰਗਤ ਸਿੰਘ ਗਿਲਜੀਆ ਦੇ ਲਾਗੇ ਇਹ ਫੋਟੋਆਂ ਵਾਇਰਲ ਹੋਈਆਂ ਤਾਂ ਬੜੀ ਹੈਰਾਨਗੀ ਹੋਈ ਕਿ ਇਸ ਪਾਰਟੀ ਦੀ ਕਹਿਣੀ ਤੇ ਕਥਨੀ 'ਚ ਕਿੰਨਾ ਅੰਤਰ ਹੈਗਾ। ਤਾਂ ਸ਼ਾਇਦ ਇਹੋ ਹੀ ਕਾਰਨ ਆ ਕਿ ਭਗਵੰਤ ਮਾਨ ਨੇ ਅੱਜ ਵਿਧਾਨ ਸਭਾ ਦੇ ਫਲੋਰ ਤੋਂ ਇਹ ਗੱਲ ਸਾਫ਼ ਤੇ ਸਪਸ਼ਟ ਕੀਤੀ ਆ, ਕਾਰਵਾਈ ਜਿਹੜੀ ਜ਼ਰੂਰ ਹੋਏਗੀ ਤੇ ਅਵੱਸ਼ ਹੋਏਗੀ, ਭਾਵੇਂ ਉਹ ਕਿਸੇ ਪਾਰਟੀ 'ਚ ਰਾਜਨੀਤਿਕ ਉੱਚੀ ਪਾਰਟੀ 'ਚ ਚਲ ਜੇ, ਭਾਵੇਂ ਕਿਤੇ ਵੀ ਚਲ ਜੇ। ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਦਾ ਪੈਸਾ ਖਾਧਾ ਉਹਨੇ ਇੱਥੋਂ ਤੱਕ ਕਹੀ ਆ, ਉਹ ਪੈਸਾ ਇੱਕ ਪੈਸਾ ਇਹਨਾਂ ਕੋਲ ਵਸੂਲ ਕੀਤਾ ਜਾਏਗਾ। ਸੋ ਆਉਂਦਿਆਂ ਦਿਨਾਂ 'ਚ ਸੁਖਵਿੰਦਰ ਜੀ ਹੁਣ ਇਹ ਵੇਖਣਾ ਹੋਵੇਗਾ, ਵਿਧਾਨ ਸਭਾ ਦਾ ਸੈਸ਼ਨ ਕੱਲ ਨੂੰ ਸਮਾਪਤ ਹੋ ਜਾਣਾ, ਉਸ ਤੋਂ ਬਾਅਦ ਸਰਕਾਰ ਫਿਰ ਆਪਣੇ ਪੁਰਾਣੇ ਰੰਗ 'ਚ ਆਏਗੀ ਤੇ ਸਰਕਾਰ ਦੇ ਉੱਤੇ ਜ਼ਿੰਮੇਵਾਰੀਆਂ ਬੜੀਆਂ ਨੇ। ਇੱਕ ਜ਼ਿੰਮੇਵਾਰੀ ਇਹੋ ਜ਼ਿੰਮੇਵਾਰੀ ਜਿਹੜੀ ਬੇਅਦਬੀ ਦੀ ਘਟਨਾਵਾਂ ਦੇ ਦੋਸ਼ੀਆਂ ਨੂੰ ਸਜ਼ਾ ਦੇਣਾ, ਦੂਜੇ ਪਾਸੇ ਦਿੱਤੀਆਂ ਗਈਆਂ ਗਰੰਟੀਆਂ ਜਿਹੜੀਆਂ ਨੇ ਅਜੇ ਤੱਕ ਸਰਕਾਰ ਉਹਦੇ ਵਿੱਚ ਮਹਿਲਾ ਨੂੰ ਜਿੱਥੇ ਵਿਰੋਧੀ ਧਿਰਾਂ ਨੇ ਘੇਰਿਆ 1000 ਰੁਪਇਆ ਪੈਨਸ਼ਨ ਜਿਹੜੀ ਦੇਣੀ ਸੀ ਉਸ ਮੁੱਦੇ ਤੇ ਤੀਜਾ ਅਮਨ ਕਾਨੂੰਨ ਦੀ ਸਥਿਤੀ ਦੇ ਮੁੱਦੇ ਤੇ ਚੌਥਾ ਸਭ ਤੋਂ ਜ਼ਿਆਦਾ ਜਿਹੜਾ ਰੌਲਾ ਆਮ ਆਦਮੀ ਪਾਰਟੀ ਦੀ ਸਰਕਾਰ ਪਾਉਂਦੀ ਆ ਭ੍ਰਿਸ਼ਟਾਚਾਰੀਆਂ ਨੂੰ ਨੱਥ ਪਾਉਣ ਦੇ ਸੰਬੰਧ ਦੇ ਵਿੱਚ। ਤਾਂ ਇਹ ਜਿਹੜਾ ਕੰਮ ਹੈ ਸਰਕਾਰ ਉੱਤੇ ਇਹ 4 ਮਹੱਤਵਪੂਰਨ ਜ਼ਿੰਮੇਵਾਰੀਆਂ ਰਹਿਣਗੀਆਂ। ਤਾਂ ਸਭ ਤੋਂ ਵੱਡੀ ਜ਼ਿੰਮੇਵਾਰੀ ਇਹੋ ਹੀ ਆ ਕਿ ਉਹ ਕਿਹੜੇ ਸਾਬਕਾ ਮੰਤਰੀ ਵਿਧਾਇਕਾਂ ਨੂੰ ਫੜ ਕੇ ਅੰਦਰ ਦਿੰਦੀ ਆ ਕਿ ਜਾਂ ਕੇਵਲ ਭਜਾ ਕੇ ਮਾਰਦੀ ਆ। ਇਹ ਸਰਕਾਰ ਨੂੰ ਸਪਸ਼ਟ ਕਰਨਾ ਪਏਗਾ, ਕਿਉਂਕਿ ਪਿਛਲੇ ਦੌਰ 'ਚ ਸਰਕਾਰਾਂ 60-40 ਦੀ ਰੇਸ਼ੋ ਨਾਲ ਚੱਲਦੀਆਂ ਰਹੀਆਂ, 60 ਜਿਹੜਾ ਦੂਜੇ ਪਾਸੇ 40 ਦੂਜੇ ਬੰਨੇ। ਪਰ ਹੁਣ ਇਹ ਵੇਖਣਾ ਹੋਵੇਗਾ ਕਿ ਭਗਵੰਤ ਮਾਨ ਦੀ ਸਰਕਾਰ ਜਿਹੜੀ ਆ ਕਿ ਵਾਕਿਆ ਭ੍ਰਿਸ਼ਟਾਚਾਰੀਆਂ ਨੂੰ ਨੱਥ ਪਾਉਣ ਦੇ ਮੂਡ 'ਚ ਹੈਗੀ ਆ ਤਾਂ ਜਾਂ ਕੇਵਲ ਡਰਾਵੇ ਦੇ ਕੇ ਹੀ ਆਪਣਾ ਇਮੇਜ ਬਣਾਉਣਾ ਚਾਹੁੰਦੀ ਆ। ਕਿਉਂਕਿ ਅਜੇ ਤੱਕ ਸਾਧੂ ਸਿੰਘ ਧਰਮਸੋਤ ਤੋਂ ਬਾਅਦ ਜਾਂ ਜੋਗਿੰਦਰਪਾਲ ਭੂਆ ਤੋਂ ਬਾਅਦ ਕੋਈ ਵੱਡੀ ਗ੍ਰਿਫਤਾਰੀ ਜਿਹੜੀ ਨਹੀਂ ਹੋਈ, ਜਦੋਂ ਕਿ ਆਮ ਲੋਕਾਂ ਦੀ ਚਰਚਾਵਾਂ ਇਹ ਨੇ ਕਿ ਸ਼ਾਇਦ ਵਿਧਾਨ ਸਭਾ ਸੈਸ਼ਨ ਦੇ ਸਮਾਪਤੀ ਦੀ ਹੀ ਅਡੀਕ ਕੀਤੀ ਜਾ ਰਹੀ ਆ। ਸੋ ਆਉਂਦਿਆਂ ਦਿਨਾਂ 'ਚ ਸਰਕਾਰ ਦੀ ਨੀਅਤ ਤੇ ਨੀਤੀ ਜਿਹੜੀ ਆ ਸਾਫ਼ ਤੌਰ ਤੇ ਸਪਸ਼ਟ ਹੋ ਜਾਵੇ ਕਿ ਸਰਕਾਰ ਚਾਹੁੰਦੀ ਕੀ ਆ। ਪਰ ਆਉਂਦੇ ਦਿਨ ਜਿਹੜੇ ਨੇ ਭਗਵੰਤ ਮਾਨ ਦੀ ਸਰਕਾਰ ਵਾਸਤੇ ਬੜੇ ਗੰਭੀਰ ਹੋਣਗੇ, ਬੜੇ ਜ਼ਿੰਮੇਵਾਰੀ ਭਰਪੂਰ ਹੋਣਗੇ ਤੇ ਸਰਕਾਰ ਨੂੰ ਕੁਝ ਕਰਕੇ ਦੱਸਣਾ ਪਵੇਗਾ, ਕਿਉਂਕਿ ਜਿੰਨੀ ਚੋਣ ਜਿਹੜੀ ਸੰਗਰੂਰ ਦੀ ਜਿੰਨੀ ਚੋਰ ਹਰੀ ਆ ਇੱਕ ਬੜਾ ਵੱਡਾ ਸਬਕ ਆ। ਜਿਸ ਤਰੀਕੇ ਨਾਲ ਅਸੀਂ ਗੱਲ ਕਰ ਰਹੇ ਕਿ ਸ਼ਾਇਦ ਪਰਮਾਤਮਾ ਦੀ ਮਾਰ ਇਸ ਪਾਰਟੀ ਨੂੰ ਵੀ ਪੈਣੀ ਸ਼ੁਰੂ ਹੋ ਗਈ ਆ, ਜ਼ਿੰਮੇਵਾਰੀ ਨਿਭਾਉਣੀ ਪਏਗੀ ਜੀ। ਬਿਲਕੁਲ ਤਾਣਕੀ ਸਾਹਿਬ, ਜਿੱਥੇ ਤੁਸੀਂ ਭਗਵੰਤ ਮਾਨ ਦੀ ਸਰਕਾਰ ਦੀ ਜਿਹੜੀ ਜ਼ਿੰਮੇਵਾਰੀ ਦੀ ਜਿਹੜੀ ਗੱਲ ਕਰ ਰਹੇ ਹੋ, ਔਰ ਉੱਥੇ ਇਹ ਵੀ ਗੱਲ ਆਪਾਂ ਦੱਸ ਦਈਏ ਕਿ ਕੁਮਰ ਵਿਜੇ ਪ੍ਰਤਾਪ ਜਿਹੜੇ ਇੱਕ ਵਿਧਾਇਕ ਆ ਜਿਨ੍ਹਾਂ ਨੇ ਆਪਣੇ ਹਲਕੇ ਦੇ ਲੋਕਾਂ ਦੇ ਲਈ ਇੱਕ ਹੈਲਪਲਾਈਨ ਜਿਹੜਾ ਨੰਬਰ ਇਸ਼ੂ ਕੀਤਾ, ਜਿੱਥੇ ਅਸੀਂ ਕੁਮਰ ਵਿਜੇ ਪ੍ਰਤਾਪ ਦੇ ਬਹੁਤ ਸਾਰੇ ਚੰਗੇ ਕੰਮਾਂ ਦਾ ਜ਼ਿਕਰ ਕਰ ਰਹੇ ਹਾਂ, ਔਰ ਉੱਥੇ ਅਸੀਂ ਉਹਨਾਂ ਦੇ ਜਿਹੜੇ ਉਹਨਾਂ ਦੇ ਵੱਲੋਂ ਨਹੀਂ ਚੁੱਕੇ ਜਾ ਰਹੇ ਜਿਹੜੇ ਸਵਾਲ ਹੈ ਉਹਨਾਂ ਦੇ ਵੀ ਜ਼ਿਕਰ ਕਰਦੇ ਹਾਂ। ਹਾਲਾਂਕਿ ਇਹਦਾ ਮਤਲਬ ਇਹ ਨਹੀਂ ਕਿ ਕੁਮਰ ਵਿਜੇ ਪ੍ਰਤਾਪ ਮਾੜੇ ਨੇ ਜਾਂ ਚੰਗੇ ਅਕਸ ਵਾਲੇ ਨਹੀਂ। ਕੁਮਰ ਵਿਜੇ ਪ੍ਰਤਾਪ ਦਾ ਅਕਸ ਬਹੁਤ ਚੰਗਾ ਰਹਿਣ ਦੀ ਅਸੀਂ ਉਮੀਦ ਜਿਹੜੀ ਰੱਖਦੇ ਹਾਂ, ਔਰ ਜਿਹੜੇ ਕੰਮਾਂ ਦੇ ਕਰਕੇ ਉਹਨਾਂ ਨੂੰ ਜ਼ਿਆਦਾਤਰ ਚੁਣਿਆ ਜਾਂਦਾ, ਜਾਣਿਆ ਜਾਂਦਾ, ਔਰ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਦੀ ਛਵੀ ਜਿਹੜੀ ਆ ਉਹ ਬਣੀ ਰਹੇ। ਤੇ ਉੱਥੇ ਜਿੱਥੇ ਤੁਸੀਂ ਭਗਵੰਤ ਮਾਨ ਸਰਕਾਰ ਦੀ ਨੂੰ ਜਿਹੜੀ ਨਸੀਹਤ ਦਿੱਤੀ ਹੈ, ਉੱਥੇ ਨਾਲ ਹੀ ਨਾਲ ਨਸੀਹਤ ਭਗਵੰਤ ਮਾਨ ਨੇ ਵੀ ਦਿੱਤੀ ਹੈ ਕਿ ਬੇਸ਼ੱਕ ਜਿਹੜੇ ਲੀਡਰ ਹੈ ਉਹ ਭੱਜ ਭਾਜਪਾ ਵਾਲੇ ਪਾਸੇ ਜਾਣ, ਪਰ ਮੈਂ ਜਿਹੜਾ ਉਹਨਾਂ ਨੂੰ ਛੱਡਣ ਵਾਲਾ ਨਹੀਂ। ਤਾਣਕੀ ਸਾਹਿਬ, ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਧੰਨਵਾਦ। ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਤਾਂ ਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ, ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਖਬਰਾਂ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ ਗਈ ਹੈ। ਉਮੀਦ ਕਰਦੇ ਹਾਂ ਕਿ ਅਣਖੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਦਿਓ ਇਜਾਜ਼ਤ। ਧੰਨਵਾਦ।